ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਪ੍ਰਿੰਸੀਪਲਸ ਆਫ ਮੈਨੇਜਮੈਂਟ ਕਰ ਰਹੇ ਸੀ ਕਿ ਵਾਟ ਆਰ ਦ ਪ੍ਰਿੰਸੀਪਲਸ ਐਂਡ ਫੰਕਸ਼ਨਸ ਪ੍ਰਿੰਸੀਪਲਸ ਆਫ ਮੈਨੇਜਮੈਂਟ। ਬੱਚੇ ਇਹਦੇ ਵਿੱਚ ਤੁਸੀਂ 4th ਪ੍ਰਿੰਸੀਪਲ ਕੀਤਾ ਯੂਨਿਟੀ ਆਫ ਕਮਾਂਡ ਐਂਡ 5th ਕੀਤਾ ਸੀ ਯੂਨਿਟੀ ਆਫ ਡਾਇਰੈਕਸ਼ਨ। ਅੱਜ ਆਪਾਂ ਇਹਨਾਂ ਦੋਵਾਂ ਦੇ ਵਿੱਚ ਕੀ ਕਰਾਂਗੇ, ਡਿਫਰੈਂਸ ਕਰਾਂਗੇ। ਠੀਕ ਆ, ਮੀਨਿੰਗ ਆਪਾਂ ਦੇਖ ਲਏ ਸੀ ਦੋਵਾਂ ਦੇ। ਇਹਦੇ ਵਿੱਚ ਆਪਾਂ ਕੀ ਕਰਾਂਗੇ, ਉਹਨਾਂ ਦਾ ਕੀ ਡਿਫਰੈਂਸ ਕਰਾਂਗੇ। ਠੀਕ ਹੈ, ਯੂਨਿਟੀ ਆਫ ਕਮਾਂਡ ਕੀ ਹੁੰਦਾ, ਯੂਨਿਟੀ ਆਫ ਕਮਾਂਡ ਐਨ ਇੰਪਲੋਏ ਮਸਟ ਗੈਟ ਆਰਡਰਸ ਫਰੋਮ ਵਨ ਸੀਨੀਅਰ ਓਨਲੀ। ਯੂਨਿਟੀ ਆਫ ਕਮਾਂਡ ਦਾ ਇੱਥੇ ਮੀਨਿੰਗ ਦੱਸਿਆ ਉਹਨੇ ਕਿ ਯੂਨਿਟੀ ਆਫ ਕਮਾਂਡ ਦਾ ਮਤਲਬ ਕੀ ਹੈ ਕਿ ਇੱਕ ਹੀ ਜਿਹੜਾ ਵਾ ਸੀਨੀਅਰ ਤੋਂ ਹੀ ਇੰਪਲੋਏ ਨੇ ਕੀ ਲੈਣਾ ਵਾ, ਕੰਮ ਲੈਣਾ ਵਾ। ਉਹਨੂੰ 2 ਜਾਂ 3 ਬੌਸ ਕੰਮ ਨਹੀਂ ਦੇ ਸਕਦੇ, ਸਿਰਫ ਇੱਕ ਬੌਸ ਕੰਮ ਦੇਊਗਾ। ਠੀਕ ਹੈ, ਫॉर ਆਲ ਦ ਐਕਟੀਵਿਟੀਜ਼ ਹੈਵਿੰਗ ਸੇਮ ਆਬਜੈਕਟਿਵ ਦੇयर ਸ਼ੁੱਡ ਬੀ ਵਨ ਹੈਡ ਐਂਡ ਵਨ ਪਲਾਨ। ਯੂਨਿਟੀ ਆਫ ਡਾਇਰੈਕਸ਼ਨ ਦੇ ਵਿੱਚ ਇਹ ਹੈ ਕਿ ਹਰ ਇੱਕ ਐਕਟੀਵਿਟੀ ਦਾ, ਹਰ ਇੱਕ ਜੇ ਪ੍ਰੋਡਕਸ਼ਨ ਵਾਲਿਆਂ ਦਾ ਵੀ ਇੱਕੋ ਪਲਾਨ ਹੋਣਾ ਚਾਹੀਦਾ ਵਾ, ਫਾਈਨਾਂਸ ਵਾਲਿਆਂ ਦਾ ਵੀ ਇੱਕੋ ਪਲਾਨ ਹੋਣਾ ਚਾਹੀਦਾ। ਮਤਲਬ ਸਾਰੀ ਆਰਗੇਨਾਈਜੇਸ਼ਨ ਇੱਕੋ ਪਲਾਨ ਦੇ ਅਕੋਰਡਿੰਗ ਕੰਮ ਕਰਨੀ ਚਾਹੀਦੀ ਹੈ। ਠੀਕ ਆ ਜੀ। ਸੈਕਿੰਡ ਵਨ ਇਜ਼ ਦਾ ਏਮ। ਏਮ ਕੀ ਆ, ਏਮ ਇਹਦੇ ਵਿੱਚ ਬੱਚੇ ਵੇਖੋ ਦਿਸ ਪ੍ਰਿੰਸੀਪਲ ਐਲੀਮੀਨੇਟਸ ਦਾ ਸਕੋਪ ਫॉर ਡਿਊਅਲ ਸਬਆਰਡੀਨੇਸ਼ਨ। ਕਹਿੰਦੇ ਕਿ ਇਹਦੇ ਵਿੱਚ ਕਿਉਂ ਯੂਨਿਟੀ ਆਫ ਕਮਾਂਡ ਕਿਉਂ ਬਣਾਇਆ ਗਿਆ, ਫਿਓਲ ਨੇ ਕਿਉਂ ਕਿਹਾ ਯੂਨਿਟੀ ਆਫ ਕਮਾਂਡ ਕਿਉਂ, ਕਿਉਂਕਿ ਕਹਿੰਦੇ ਕਿ ਇਹ ਐਲੀਮੀਨੇਟ ਕਰ ਦਿੰਦਾ ਕਿ ਤੁਹਾਨੂੰ 2 ਜਾਣੇ ਡਿਊਅਲ ਸਬਆਰਡੀਨੇਸ਼ਨ ਨਹੀਂ ਹੋਊਗੀ। ਡਿਊਅਲ ਸਬਆਰਡੀਨੇਸ਼ਨ ਦਾ ਮਤਲਬ ਕਿ ਤੁਹਾਨੂੰ 2 ਜਾਣੇ ਕੰਮ ਨਹੀਂ ਦੇ ਸਕਦੇ। ਠੀਕ ਹੈ, ਕੰਮ ਖਤਮ ਕਰਦਾ ਦੋਵਾਂ ਜਾਣਿਆਂ ਦਾ। ਠੀਕ ਹੈ, ਕਿਉਂ, ਕਿਉਂਕਿ ਇਹ ਸਿਰਫ ਇੱਕ ਬੌਸ ਨੇ ਕੰਮ ਦੇਣਾ। ਦੈਟ ਮੀਨਸ ਕਿ ਤੁਹਾਨੂੰ ਡੂਅਲ ਸਬਆਰਡੀਨੇਸ਼ਨ ਨਹੀਂ ਹੋਊਗੀ। ਡੂਅਲ ਸਬਆਰਡੀਨੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ 2 ਬੌਸਿਸ ਕੋ ਕੰਮ ਨਹੀਂ ਲਓਗੇ। ਦੈਟ ਮੀਨਸ ਕਿ ਤੁਹਾਨੂੰ ਇੱਕ ਹੀ ਬੌਸ ਦੇ ਦਿੰਦਾ ਹੈ। ਜੇ ਤੁਸੀਂ 2 ਬੌਸਿਸ ਕੋ ਕੰਮ ਲਓਗੇ ਕਿ ਤਾਂ ਦੋਵਾਂ ਨੇ ਸੇਮ ਕੰਮ ਨਾ ਦੇ ਦਿੱਤਾ ਹੋਵੇ, ਦੈਟ ਮੀਨਸ ਕਿ ਤੁਸੀਂ 2 ਵਾਰੀ ਕੰਮ ਕਰ ਰਹੇ ਜੋ। ਅਤੇ ਕਹਿੰਦੇ ਉਹ ਕੰਮ ਨੂੰ ਇਲੀਮੀਨੇਟ ਕਰ ਦਿੰਦਾ। ਕਿਉਂ, ਕਿਉਂਕਿ ਆਰਡਰਸ ਤੁਹਾਨੂੰ ਕੌਣ ਦਿੰਦੇ ਆ, ਸਿਰਫ ਇੱਕੋ ਹੀ ਬੌਸ ਦੇ ਦਿੰਦੇ ਆ। ਠੀਕ ਹੈ, ਨੈਕਸਟ ਵਨ ਇਜ਼ ਦੈਟ ਦਿਸ ਪ੍ਰਿੰਸੀਪਲ ਐਲੀਮੀਨੇਟਸ ਦਾ ਸਕੋਪ ਫॉर ਡੁਪਲੀਕੇਸ਼ਨ ਆਫ ਐਕਟੀਵਿਟੀਜ਼। ਇਹਦੇ ਵਿੱਚ ਕਿ ਜਿਹੜਾ ਕੰਮ ਕਰ ਰਹੇ ਆ ਉਹ ਡੁਪਲੀਕੇਸ਼ਨ ਆਫ ਐਕਟੀਵਿਟੀਜ਼ ਦਾ, ਦੈਟ ਮੀਨਸ ਕਿ ਇੱਕੋ ਹੈਡ ਆ, ਇੱਕੋ ਪਲਾਨ ਆ, ਹਰ ਇੱਕ ਨੇ ਇੱਕੋ ਕੰਮ ਕਰਨਾ ਵਾ। ਉਹਦੇ ਨਾਲ ਐਕਟੀਵਿਟੀਜ਼ ਬਾਰ-ਬਾਰ ਤੁਸੀਂ ਨਹੀਂ ਕਰੋਗੇ। ਠੀਕ ਆ, ਇੱਕ ਵਾਰੀ ਕਰ ਲਈ, ਦੈਟਸ ਆਲ। ਠੀਕ ਹੈ, ਰਿਲੇਸ਼ਨ। ਦਿਸ ਪ੍ਰਿੰਸੀਪਲ ਇਜ਼ ਕੰਸਰਨਡ ਵਿਦ ਦ ਫੰਕਸ਼ਨਿੰਗ ਆਫ ਦ ਇੰਪਲੋਇਜ਼। ਯੂਨਿਟੀ ਆਫ ਕਮਾਂਡ ਕਿਹਦਾ ਸੋਚਦਾ ਵਾ, ਬੱਚੇ ਕਿਹਦਾ ਸੋਚਦਾ ਵਾ, ਇੰਪਲੋਇਜ਼ ਦਾ ਸੋਚਦਾ। ਐਂਡ ਦਿਸ ਪ੍ਰਿੰਸੀਪਲ ਇਜ਼ ਕੰਸਰਨਡ ਵਿਦ ਦ ਫੰਕਸ਼ਨਿੰਗ ਆਫ ਦ ਹੋਲ ਆਫ ਦ ਆਰਗੇਨਾਈਜੇਸ਼ਨ। ਯੂਨਿਟੀ ਆਫ ਕਮਾਂਡ ਕਿਹਦੇ ਬਾਰੇ ਫੰਕਸ਼ਨ ਕਰਦਾ ਬੱਚੇ, ਕਿ ਇੰਪਲੋਇਜ਼ ਦਾ ਸੋਚਦਾ ਨਾ ਕਿ ਇੰਪਲੋਇਜ਼ ਨੂੰ ਸਿਰਫ ਇੱਕ ਬੌਸ ਕੋਲੋਂ ਕੰਮ ਮਿਲਣਾ ਚਾਹੀਦਾ। ਠੀਕ ਹੈ, ਬਟ ਯੂਨਿਟੀ ਆਫ ਡਾਇਰੈਕਸ਼ਨ ਆਲ ਓਵਰ ਆਰਗੇਨਾਈਜੇਸ਼ਨ ਨੂੰ ਦੇ ਗੋਲਸ ਨੂੰ ਅਚੀਵ ਕਰਨ 'ਚ ਮਦਦ ਕਰਦਾ। ਕਿਉਂ, ਕਿਉਂਕਿ ਵਨ ਹੈਡ ਵਨ ਪਲਾਨ ਦਾ ਮਤਲਬ ਇਹ ਆ ਕਿ ਸਾਰੀ ਆਰਗੇਨਾਈਜੇਸ਼ਨ ਦਾ ਮੋਟਿਵ ਇੱਕੋ ਹੋਊਗਾ। ਅਤੇ ਮੋਟਿਵ ਕੀ ਆ, ਵੱਧ ਤੋਂ ਵੱਧ ਪ੍ਰੋਫਿਟ ਕਮਾਉਣਾ। ਠੀਕ ਹੈ, ਡਿਪੈਂਡੈਂਸ। ਯੂਨਿਟੀ ਆਫ ਕਮਾਂਡ ਇਜ਼ ਨਾਟ ਪੋਸੀਬਲ ਵਿਦਾਊਟ ਯੂਨਿਟੀ ਆਫ ਡਾਇਰੈਕਸ਼ਨ। ਠੀਕ ਹੈ, ਯੂਨਿਟੀ ਆਫ ਡਾਇਰੈਕਸ਼ਨ ਕੈਨ ਬੀ ਪੋਸੀਬਲ ਇੰਡੀਪੈਂਡੈਂਟਲੀ ਵਿਦਾਊਟ ਯੂਨਿਟੀ ਆਫ ਕਮਾਂਡ। ਕਹਿੰਦੇ ਆ ਕਿ ਯੂਨਿਟੀ ਆਫ ਕਮਾਂਡ ਆ ਜਿਹੜੀ ਉਹ ਇੱਕ ਬੌਸ ਕੋਲੋਂ ਜਦੋਂ ਆਪਾਂ ਆਰਡਰ ਲੈਂਦੇ ਹਾਂ ਤਾਂ ਉਹ ਵਿਦਾਊਟ ਯੂਨਿਟੀ ਆਫ ਡਾਇਰੈਕਸ਼ਨ ਤੋਂ ਨਹੀਂ ਹੋ ਸਕਦੀ। ਕਿਉਂ, ਕਿਉਂਕਿ ਬੌਸ ਨੇ ਆਰਡਰ ਕਿਉਂ ਦੇਣਾ ਵਾ, ਆਰਡਰ ਤਾਂ ਕਰਕੇ ਦਿੰਦਾ ਕਿ ਉਹ ਆਰਗੇਨਾਈਜੇਸ਼ਨ ਦਾ ਗੋਲ ਕੀ ਹੈ, ਵੱਧ ਤੋਂ ਵੱਧ ਅਚੀਵ ਕਰਨੇ ਗੋਲ, ਪ੍ਰੋਫਿਟ ਕਮਾਉਣਾ। ਅਤੇ ਯੂਨਿਟੀ ਆਫ ਡਾਇਰੈਕਸ਼ਨ ਵੀ ਇਹੀ ਕਹਿੰਦੇ ਨਾ ਕਿ ਵਨ ਹੈਡ ਵਨ ਪਲਾਨ, ਕਿ ਸਾਰੀ ਆਰਗੇਨਾਈਜੇਸ਼ਨ ਦਾ ਕੀ ਇੱਕੋ ਪਲਾਨ ਆ। ਦੈਟ ਮੀਨਸ ਕਿ ਕਮਾਂਡ ਤਾਂ ਕਰਕੇ ਤੁਹਾਨੂੰ ਕੋਈ ਬੌਸ ਆ ਤੁਹਾਨੂੰ ਤਾਂ ਕਰਕੇ ਆਰਡਰ ਦਊਗਾ ਕਿ ਉਹਨੂੰ ਇਹ ਪਤਾ ਵਾ ਕਿ ਅਸੀਂ ਵੱਧ ਤੋਂ ਵੱਧ ਕੀ ਕਮਾਉਣਾ ਵਾ, ਪ੍ਰੋਫਿਟ ਕਮਾਉਣਾ। ਦੈਟ ਮੀਨਸ ਕਿ ਯੂਨਿਟੀ ਆਫ ਡਾਇਰੈਕਸ਼ਨ ਤੁਹਾਨੂੰ ਪਤਾ ਵਾ ਕਿ ਪ੍ਰੋਫਿਟ ਕਮਾਉਣਾ ਵਾ, ਅਤੇ ਉਹਦੇ ਨਾਲ ਤੁਹਾਡੀ ਕੀ ਕਮਾਂਡ ਵੀ ਤੁਸੀਂ ਤਾਂ ਕਰਕੇ ਕਰੋਗੇ ਆਪਣੇ ਵਰਕਰਸ ਨੂੰ। ਠੀਕ ਹੈ, ਯੂਨਿਟੀ ਆਫ ਡਾਇਰੈਕਸ਼ਨ। ਯੂਨਿਟੀ ਆਫ ਡਾਇਰੈਕਸ਼ਨ ਕੈਨ ਬੀ ਪੋਸੀਬਲ ਇੰਡੀਪੈਂਡੈਂਟਲੀ ਵਿਦਾਊਟ ਯੂਨਿਟੀ ਆਫ ਕਮਾਂਡ। ਕਹਿੰਦੇ ਕਿ ਯੂਨਿਟੀ ਆਫ ਡਾਇਰੈਕਸ਼ਨ ਆ ਕਮਾਂਡ ਤੋਂ ਬਿਨਾਂ ਵੀ ਆਪਾਂ ਕਰ ਸਕਦੇ। ਕਿਉਂ, ਕਿਉਂਕਿ ਤੁਹਾਨੂੰ ਉਹਦੇ ਵਿੱਚ ਇੰਨਾ ਪਤਾ ਵਾ ਕਿ ਤੁਹਾਡਾ ਇੱਕੋ ਪਲਾਨ ਆ। ਪਲਾਨ ਕੀ ਹੈ ਕਿ ਅਸੀਂ ਓਵਰਆਲ ਆਰਗੇਨਾਈਜੇਸ਼ਨ ਦੇ ਗੋਲਸ ਕੀ ਕਰਨੇ ਆ, ਅਚੀਵ ਕਰਨੇ ਆ। ਤਾਂ ਤੁਸੀਂ ਵਿਦਾਊਟ ਕਮਾਂਡ ਤੋਂ ਵੀ ਕਰ ਸਕਦੇ ਜੋ, ਵਿਦਾਊਟ ਯੂਨਿਟੀ ਆਫ ਕਮਾਂਡ। ਕਿਉਂ, ਕਿਉਂਕਿ ਤੁਹਾਨੂੰ ਪਹਿਲਾਂ ਹੀ ਪਤਾ ਵਾ ਕਿ ਤੁਹਾਡੇ ਗੋਲਸ ਕੀ ਹੈ। ਗੋਲਸ ਤੁਹਾਨੂੰ ਪਤਾ ਪ੍ਰੋਫਿਟ ਕਮਾਉਣਾ ਵਾ, ਤਾਂ ਉਹ ਤੁਸੀਂ ਪ੍ਰੋਫਿਟ ਕਮਾ ਲਓਗੇ। ਬਟ ਯੂਨਿਟੀ ਆਫ ਕਮਾਂਡ ਦੇ ਵਿੱਚ ਕੀ ਹੋ ਜਾਂਦਾ ਹੈ, ਯੂਨਿਟੀ ਆਫ ਕਮਾਂਡ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੋ ਸਕਦੀ। ਕਿਉਂਕਿ ਜਿੰਨਾ ਚਿਰ ਤੱਕ ਤੁਹਾਨੂੰ ਤੁਹਾਡੇ ਆਰਗੇਨਾਈਜੇਸ਼ਨ ਦੇ ਗੋਲਸ ਹੀ ਨਹੀਂ ਪਤਾ, ਉਹਨਾਂ ਚਿਰ ਤੱਕ ਤੁਸੀਂ ਕੋਈ ਵੀ ਆਰਗੇਨਾਈਜੇਸ਼ਨ ਦੇ ਗੋਲਸ ਹੀ ਨਹੀਂ ਪਤਾ ਕਿ ਆਰਗੇਨਾਈਜੇਸ਼ਨ ਕੀ ਚਾਹੁੰਦੀ, ਉਹਨਾਂ ਚਿਰ ਤੱਕ ਤੁਸੀਂ ਆਪਣੇ ਵਰਕਰਸ ਨੂੰ ਕੰਮ ਕੀ ਦਿਓਗੇ। ਦੈਟ ਮੀਨਸ ਕਿ ਜੇ ਗੋਲ ਪਤਾ ਹੋਊਗਾ ਤਾਂ ਵਰਕਰਸ ਨੂੰ ਫੇਰ ਹੀ ਕੰਮ ਦਿਓਗੇ। ਬਟ ਇਹਦੇ ਵਿੱਚ ਤੁਹਾਨੂੰ ਕੰਮ ਪਤਾ ਨਾ ਕਿ ਪ੍ਰੋਫਿਟ ਕਮਾਉਣਾ ਵੱਧ ਤੋਂ ਵੱਧ, ਸੋ ਕਮਾਂਡ ਦੀ ਕੋਈ ਲੋੜ ਹੀ ਨਹੀਂ ਹੈ। ਠੀਕ ਹੈ, ਨੈਕਸਟ ਵਨ ਇਜ਼ ਦੈਟ ਕਿ ਪ੍ਰਿੰਸੀਪਲ ਆਫ ਸਬਆਰਡੀਨੇਸ਼ਨ ਆਫ ਇੰਡੀਵਿਜੂਅਲ ਇੰਟਰਸਟ ਟੂ ਜਨਰਲ ਇੰਟਰਸਟ। ਇਹਦੇ ਵਿੱਚ ਵੇਖੋ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਦ ਇੰਟਰਸਟ ਆਫ ਦ ਆਰਗੇਨਾਈਜੇਸ਼ਨ ਆਰ ਮੋਰ ਇੰਪੋਰਟੈਂਟ ਦੈਟ ਦ ਇੰਟਰਸਟ ਆਫ ਦ ਇੰਡੀਵਿਜੂਅਲ ਇੰਪਲੋਇਜ਼ ਔਰ ਦ ਇੰਟਰਸਟ ਆਫ ਏ ਗਰੁੱਪ ਆਫ ਇੰਪਲੋਇਜ਼। ਕਹਿੰਦੇ ਆ ਕਿ ਆਰਗੇਨਾਈਜੇਸ਼ਨ ਦਾ ਜਿਹੜਾ ਗੋਲ ਆ ਉਹ ਜ਼ਿਆਦਾ ਇੰਪੋਰਟੈਂਟ ਹੋਣਾ ਚਾਹੀਦਾ, ਨਾ ਕਿ ਵਰਕਰਸ ਦਾ ਆਪਣਾ ਗੋਲ। ਠੀਕ ਹੈ, ਕਹਿੰਦੇ ਅਕੋਰਡਿੰਗ ਟੂ ਫਿਊਲ ਫॉर ਦ ਸਕਸੈਸ ਆਫ ਐਨ ਆਰਗੇਨਾਈਜ਼ ਦੇयर ਸ਼ੁਡ ਬੀ ਯੂਨੀਫਾਰਮਿਟੀ ਇਨ ਇੰਡੀਵਿਜੂਅਲ ਇੰਟਰਸਟ ਐਂਡ ਆਰਗੇਨਾਈਜੇਸ਼ਨਲ ਇੰਟਰਸਟ। ਕਹਿੰਦੇ ਕਿ ਫਿਊਲ ਕਹਿੰਦਾ ਵਾ ਕਿ ਜਿਹੜਾ ਆਰਗੇਨਾਈਜੇਸ਼ਨ ਦਾ ਜੋ ਗੋਲ
ਆ ਉਹੀ ਵਰਕਰਸ ਦਾ ਗੋਲ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਵਰਕਰਸ ਦਾ ਗੋਲ ਕੋਈ ਹੋਰ ਆ ਅਤੇ ਔਰਗਨਾਈਜੇਸ਼ਨ ਦਾ ਗੋਲ ਕੋਈ ਹੋਰ ਆ। ਅਤੇ ਜੇ ਜਦੋਂ ਕਹਿੰਦੇ ਦੋਵੇਂ ਚੀਜ਼ਾਂ ਕਲੈਪਸ ਹੋ ਜਾਂਦੀਆਂ ਵਾ, ਦੋਵੇਂ ਚੀਜ਼ਾਂ ਵੱਖ ਵੱਖ ਹੋ ਜਾਂਦੀਆਂ, ਉਹਦੇ ਨਾਲ ਕੀ ਹੋਊਗਾ, ਕਦੀ ਵਰਕਰ ਤੁਹਾਡੇ ਗੋਲਸ ਅਚੀਵ ਨਹੀਂ ਕਰ ਸਕਦਾ। ਕਿਉਂਕਿ ਵਰਕਰ ਨੂੰ ਹੁੰਦਾ ਮੈਂ ਆਪਣੇ ਗੋਲਸ ਅਚੀਵ ਕਰਨੇ, ਅਤੇ ਔਰਗਨਾਈਜੇਸ਼ਨ ਨੂੰ ਹੁੰਦਾ ਮੈਂ ਆਪਣੇ ਕਰਨੇ, ਫਿਰ ਇੱਦਾਂ ਤੁਹਾਡੀ ਔਰਗਨਾਈਜੇਸ਼ਨ ਗੋਲਸ ਅਚੀਵ ਨਹੀਂ ਕਰ ਸਕਦੀ। ਸੋ ਇਹ ਤੋਂ ਬਚਣ ਲਈ ਕਹਿੰਦਾ ਵਾ ਕਿ ਔਰਗਨਾਈਜੇਸ਼ਨ ਦੇ ਜੋ ਗੋਲਸ ਆ ਉਹੀ ਵਰਕਰਸ ਦੇ ਗੋਲ ਹੋਣੇ ਚਾਹੀਦੇ ਆ, ਠੀਕ ਹੈ। ਬਟ ਇਫ ਦੇयर ਇਜ਼ ਐਨੀ ਡਿਵਰਜੈਂਸ ਔਰ ਕਨਫਲਿਕਟ ਬਿਟਵੀਨ ਇੰਡੀਵਿਜੂਅਲ ਇੰਟਰਸਟ ਐਂਡ ਔਰਗਨਾਈਜੇਸ਼ਨਲ ਇੰਟਰਸਟ, ਦੈਨ ਔਰਗਨਾਈਜੇਸ਼ਨਲ ਇੰਟਰਸਟ ਮਸਟ ਬੀ ਅਕੋਰਡਡ ਪ੍ਰਾਇਓਰਿਟੀ ਓਵਰ ਇੰਡੀਵਿਜੂਅਲ ਇੰਟਰਸਟ। ਕਹਿੰਦੇ ਕਿ ਇਹਦੇ ਵਿੱਚ ਕੀ ਹੁੰਦਾ ਵਾ ਕਿ ਕਹਿੰਦੇ ਕਿ ਜੇ ਕਨਫਲਿਕਟ ਆ ਜਾਂਦਾ ਵਾ, ਕਨਫਲਿਕਟ ਆ ਜਾਂਦਾ ਕਿ ਵਰਕਰ ਨੂੰ ਇਹ ਹੁੰਦਾ ਕਿ ਮੈਂ ਵੱਧ ਤੋਂ ਵੱਧ ਸੈਲਰੀ ਲੈਣੀ ਹੈ, ਬਟ ਔਰਗਨਾਈਜੇਸ਼ਨ ਕੀ ਕਹਿੰਦੀ ਆ ਕਿ ਵੱਧ ਤੋਂ ਵੱਧ ਕੀ ਹੋਣਾ ਚਾਹੀਦਾ ਵਾ, ਸਰਵਿਸ ਹੋਣੀ ਚਾਹੀਦੀ, ਲੋਕਾਂ ਨੂੰ ਘੱਟ ਪ੍ਰਾਈਸ 'ਤੇ ਗੁਡਸ ਦੇਣੀਆਂ, ਦੈਟ ਮੀਨ ਸਰਵਿਸ ਆ। ਅਤੇ ਵਰਕਰਸ ਦਾ ਕੀ ਗੋਲ ਆ, ਵੱਧ ਤੋਂ ਵੱਧ ਕੀ ਕਮਾਉਣਾ, ਸੈਲਰੀ ਕਮਾਉਣੀ। ਤਾਂ ਦੋਵਾਂ ਦੇ ਗੋਲਸ ਕੀ ਹੋ ਗਏ, ਕਨਫਲਿਕਟ ਹੋ ਗਏ। ਅਤੇ ਦੈਟ ਮੀਨਸ ਕਹਿੰਦੇ ਕਿ ਜਦੋਂ ਇੱਦਾਂ ਕਨਫਲਿਕਸ਼ਨ ਆ ਜਾਏ ਉਦੋਂ ਔਰਗਨਾਈਜੇਸ਼ਨ ਦੇ ਗੋਲਸ ਨੂੰ ਹੀ ਪਹਿਲੇ ਆਧਾਰ 'ਤੇ ਲਿਆ ਜਾਊਗਾ, ਵਰਕਰਸ ਦੇ ਗੋਲ ਨੂੰ ਨਹੀਂ ਲਿਆ ਜਾਊਗਾ, ਠੀਕ ਹੈ। ਪ੍ਰਿੰਸੀਪਲ ਆਫ ਫੇਅਰ ਰੈਮੂਨਰੇਸ਼ਨ ਟੂ ਇੰਪਲੋਇਜ਼, ਇਹਦੇ ਵਿੱਚ ਸਿੱਧੀ ਜੀ ਗੱਲ ਆ ਕਿ ਵਰਕਰਸ ਨੂੰ ਕੀ ਆ ਕਿ ਕਹਿੰਦੇ ਕਿ ਸੈਲਰੀ ਵਧੀਆ ਦੇਣੀ ਚਾਹੀਦੀ, ਜਿਹੜੇ ਹਿਸਾਬ ਨਾਲ ਉਹ ਕੰਮ ਕਰਦੇ ਉਹਦੇ ਅਕੋਰਡਿੰਗ ਉਹਨਾਂ ਨੂੰ ਸੈਲਰੀ ਦੇਣੀ ਚਾਹੀਦੀ ਹੈ। ਇਹ ਨਹੀਂ ਆ ਕਿ ਤੁਸੀਂ ਕੰਮ ਜ਼ਿਆਦਾ ਕਰਵਾ ਰਹੇ ਜੋ ਅਤੇ ਉਹਨਾਂ ਨੂੰ ਪੈਸੇ ਘੱਟ ਦੇ ਰਹੇ ਜੋ। ਕਹਿੰਦੇ ਔਰਗਨਾਈਜੇਸ਼ਨ ਤਾਂ ਵੀ ਜ਼ਿਆਦਾ ਸਫਰ ਕਰਦੇ ਜੋ ਤੁਸੀਂ ਵਰਕਰਸ ਨੂੰ ਪੈਸਾ ਘੱਟ ਪੇ ਕਰਦੇ ਜੋ। ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਗਿਵਨ ਬਾਈ ਹੈਨਰੀ ਫੀਲ, ਇੰਪਲੋਇਜ਼ ਮਸਟ be given a fair remuneration in view of their services. This remuneration must be justifiable and equal. It means that appropriate remuneration should be paid to the employees in accordance with their services, and equal remuneration must be paid to all the employees performing the same task. ਕਹਿੰਦੇ ਕਿ ਪਹਿਲੀ ਤਾਂ ਗੱਲ ਜਿੰਨਾ ਉਹ ਕੰਮ ਕਰਦੇ ਉਹਦੇ ਅਕੋਰਡਿੰਗ ਉਹਨਾਂ ਨੂੰ ਪੈਸਾ ਪੇ ਕਰਨਾ ਚਾਹੀਦਾ, ਠੀਕ ਹੈ। ਐਂਡ ਸੈਕਿੰਡ ਥਿੰਗ ਇਜ਼ ਦੈਟ, ਕਹਿੰਦੇ ਸੈਕਿੰਡ ਥਿੰਗ ਹੈ ਕਿ ਜਿਹੜੇ ਇੱਕੋ ਜਿੱਦਾਂ ਹੁਣ PGT ਵਾਲੇ ਟੀਚਰਸ ਆ, ਜਾਂ ਫੋਰ ਐਗਜ਼ਾਮਪਲ ਇੱਥੇ ਲੈ ਲਓ, ਜਾਂ TGT ਵਾਲੇ ਟੀਚਰਸ ਆ, PGT ਵਾਲੇ ਟੀਚਰਸ ਦਾ ਸਾਰਿਆਂ ਨੂੰ ਸੇਮ ਪੇ ਮਿਲਣੀ ਚਾਹੀਦੀ। ਇਹ ਨਹੀਂ ਆ ਕਿ ਇੱਕ ਨੂੰ ਵੱਧ ਮਿਲ ਰਹੀ ਹੈ, ਇੱਕ ਨੂੰ ਘੱਟ ਮਿਲ ਰਹੀ ਹੈ। ਕਹਿੰਦੇ ਕਿ ਜਿਹੜੇ ਇੱਕੋ ਕੰਮ ਕਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਪੇ ਹੀ ਮਿਲਣੀ ਚਾਹੀਦੀ ਹੈ। ਅਤੇ ਜਦੋਂ ਬੱਚੇ ਹਰ ਇੱਕ ਨੂੰ ਇਕੁਅਲ ਪੇ ਮਿਲੂਗੀ ਤਾਂ ਓਬਵੀਅਸਲੀ ਵਰਕਰਸ ਕੀ ਹੋਣਗੇ, ਮੋਟੀਵੇਟ ਹੋਣਗੇ, ਠੀਕ ਹੈ। ਨੈਕਸਟ ਵਨ ਇਜ਼ ਦੈਟ ਕਿ ਬੱਚੇ ਪ੍ਰਿੰਸੀਪਲ ਆਫ ਇਫੈਕਟਿਵ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ, +1 ਦੇ ਵਿੱਚ ਵੀ ਪੜ੍ਹਿਆ ਸੀ ਸੈਂਟਰਲਾਈਜੇਸ਼ਨ ਕੀ ਹੁੰਦਾ, ਡੀਸੈਂਟਰਲਾਈਜੇਸ਼ਨ ਕਹਿੰਦਾ ਕਿ ਸੈਂਟਰਲਾਈਜੇਸ਼ਨ ਦੇ ਵਿੱਚ ਕੀ ਹੁੰਦਾ, ਦ ਕੰਸਨਟ੍ਰੇਸ਼ਨ ਆਫ ਅਥਾਰਟੀ ਇਨ ਦ ਹੈਂਡਸ ਆਫ ਅ ਸਿੰਗਲ ਇੰਡੀਵਿਜੂਅਲ ਔਰ ਸਮਾਲ ਗਰੁੱਪ ਆਫ ਇੰਡੀਵਿਜੂਅਲ ਲਾਈਕ ਟਾਪ ਲੈਵਲ ਮੈਨੇਜਮੈਂਟ ਇਜ਼ ਨੋਨ ਐਜ਼ ਸੈਂਟਰਲਾਈਜੇਸ਼ਨ। ਕਹਿੰਦਾ ਕਿ ਜਦੋਂ ਸਾਰੀ ਪਾਵਰ ਕਿਹਦੇ ਹੱਥ 'ਚ ਹੁੰਦੀ, ਇੱਕ ਸਿੰਗਲ ਪਰਸਨ ਦੇ ਹੱਥ 'ਚ ਹੁੰਦੀ, ਉਹਨੇ ਕਿਸੇ ਨੂੰ ਪਾਵਰ ਆਪਣੀ ਵੰਡੀ ਨਹੀਂ, ਉਹਨੂੰ ਆਪਾਂ ਕੀ ਕਹਿ ਦਿੰਦੇ, ਸੈਂਟਰਲਾਈਜੇਸ਼ਨ। ਡਿਊ ਟੂ ਇਟ ਦ ਰੋਲ ਐਂਡ ਇੰਪੋਰਟੈਂਸ ਆਫ ਦ ਸਬੋਰਡੀਨੇਟ ਇਨ ਦ ਆਰਗਨਾਈਜੇਸ਼ਨ ਡਿਕਰੀਜ਼ ਐਂਡ ਦ ਰੂਲ ਆਫ ਇੰਪੋਰਟੈਂਸ ਆਫ ਦ ਸੀਨੀਅਰਸ ਇਨਕਰੀਜ਼। ਓਬਵੀਅਸਲੀ ਜਦੋਂ ਇੱਕ ਦੇ ਹੱਥ 'ਚ ਪਾਵਰ ਹੈ ਤਾਂ ਕਹਿੰਦਾ ਸੀਨੀਅਰ ਦੀ ਪਾਵਰ ਇਨਕਰੀਜ਼ ਹੁੰਦੀ ਆ, ਅਤੇ ਜਿਹੜੇ ਸਬੋਰਡੀਨੇਟਸ ਉਹਨਾਂ ਦੀ ਪਾਵਰ ਕੀ ਹੁੰਦੀ ਆ, ਡਿਕਰੀਜ਼ ਹੁੰਦੀ ਹੈ, ਠੀਕ ਹੈ। ਕਹਿੰਦੇ ਦੂਜਾ ਔਨ ਦ ਅਦਰ ਹੈਂਡ ਦ ਡਿਸਪਰਸਲ ਆਫ ਅਥਾਰਟੀ ਅਮੰਗ ਦ ਮੈਨੇਜਰਸ ਐਟ ਦ ਲੈਵਲ ਆਫ ਐਟ ਆਲ ਦ ਲੈਵਲਸ ਇਨ ਦ ਆਰਗਨਾਈਜੇਸ਼ਨ ਇਜ਼ ਨੋਨ ਐਜ਼ ਦ ਡੀਸੈਂਟਰਲਾਈਜੇਸ਼ਨ। ਕਹਿੰਦੇ ਕਿ ਦੂਜੇ ਪਾਸੇ ਜਦੋਂ ਆਪਾਂ ਕੀ ਕਰਦੇ ਹਾਂ, ਆਪਣੀ ਪਾਵਰਸ ਨੂੰ ਵੰਡ ਦਿੰਦੇ ਆ, ਮੈਨੇਜਰ ਆਪਣੀਆਂ ਪਾਵਰਸ ਨੂੰ ਵੰਡ ਕੇ ਕਿਹਨੂੰ ਦੇ ਦਿੰਦਾ ਵਾ, ਵਰਕਰਸ ਨੂੰ ਦੇ ਦਿੰਦਾ, ਉਹਨੂੰ ਆਪਾਂ ਕੀ ਕਹਿ ਦਿੰਦੇ, ਡੀਸੈਂਟਰਲਾਈਜੇਸ਼ਨ। ਅਤੇ ਡਿਊ ਟੂ ਇਟ ਦ ਰੋਲ ਐਂਡ ਇੰਪੋਰਟੈਂਸ ਆਫ ਦ ਸਬੋਰਡੀਨੇਟਸ ਇਨ ਦ ਆਰਗਨਾਈਜੇਸ਼ਨ ਇਨਕਰੀਜ਼ਿਸ। ਕਹਿੰਦੇ ਕਿ ਇਹਦੇ ਨਾਲ ਕਿ ਜਦੋਂ ਆਪਾਂ ਵਰਕਰਸ ਨੂੰ ਪਾਵਰ ਦੇ ਦਿੱਤੀਆਂ ਤਾਂ ਸਬੋਰਡੀਨੇਟਸ ਦਾ ਰੋਲ ਵੱਧ ਗਿਆ, ਅਤੇ ਜਿਹੜਾ ਵਾ ਸੀਨੀਅਰਸ ਦਾ ਰੋਲ ਕੀ ਹੋ ਗਿਆ, ਘੱਟ ਗਿਆ। ਕਾਮਨ ਸੈਂਸ ਆ ਕਿ ਜਦੋਂ ਪਾਵਰ ਵੰਡ ਦਿੱਤੀਆਂ ਗਈਆਂ, ਸੀਨੀਅਰ ਨੂੰ ਕੋਈ ਟੈਨਸ਼ਨ ਨਹੀਂ, ਉਹਨੂੰ ਇਹ ਪਤਾ ਵਾ ਕਿ ਵਰਕਰਸ ਦੇ ਸਾਰਾ ਕੰਮ ਕਰ ਹੀ ਲੈਣਾ ਵਾ, ਠੀਕ ਹੈ ਜੀ। ਪ੍ਰਿੰਸੀਪਲ ਆਫ ਸਕੇਲਰ ਚੇਨ, ਸਕੇਲਰ ਚੇਨ ਕੀ ਹੁੰਦਾ ਬੱਚੇ, ਸਕੇਲਰ ਚੇਨ ਕੀ ਹੁੰਦਾ, ਹੁਣ ਇਹਦੇ ਵਿੱਚ ਵੇਖੋ, ਇਨ ਐਵਰੀ ਆਰਗਨਾਈਜੇਸ਼ਨ ਦੇਅਰ ਆਰ ਸੀਨੀਅਰਸ ਐਂਡ ਸਬੋਰਡੀਨੇਟਸ, ਦ ਚੇਨ ਆਫ ਦ ਅਫੀਸ਼ੀਅਲਸ ਆਫ ਦ ਆਰਗਨਾਈਜੇਸ਼ਨ ਫਰੋਮ ਦ ਸੀਨੀਅਰਸ ਹੈਵਿੰਗ ਫਾਈਨਲ ਅਥਾਰਟੀ ਅਪ ਟੂ ਦ ਲੈਵਲ ਆਫ ਦ ਇੰਪਲੋਇਜ਼ ਹੈਜ਼ ਬੀਨ ਗਿਵਨ ਦ ਨੇਮ ਆਫ ਸਕੇਲਰ ਚੇਨ ਬਾਈ ਫਿਓਲ। ਕਹਿੰਦੇ ਆ ਕਿ ਦੇਖੋ ਬੱਚੇ, ਜਦੋਂ ਕੋਈ ਵੀ ਕੰਮ ਆ ਸੀਨੀਅਰ, ਉਸ ਤੋਂ ਬਾਅਦ ਸਬੋਰਡੀਨੇਟ B ਆ, ਉਸ ਤੋਂ ਬਾਅਦ C ਸਬੋਰਡੀਨੇਟ, ਉਸ ਤੋਂ ਬਾਅਦ D ਆ, ਫਿਰ E ਆ। ਦੈਟ ਮੀਨਸ ਇਹ ਕੀ ਆ, ਚੇਨ ਆ। ਚੇਨ ਦੇ ਰਾਹੀਂ ਚੱਲਣ ਦੇ ਨਾ ਕਿ ਪਹਿਲਾਂ ਪ੍ਰਿੰਸੀਪਲ ਸਰ ਕੋਲ ਕੋਈ ਇਨਫੋਰਮੇਸ਼ਨ ਚਾਹੁੰਦੀ ਹੈ, ਫਿਰ ਕਿਹਦੇ ਕੋਲ ਆਉਂਦੀ ਹੈ, ਟੀਚਰਸ ਕੋਲ ਆਉਂਦੀ, ਫਿਰ ਕਿਹਦੇ ਕੋਲ ਜਾਂਦੀ, ਬੱਚਿਆਂ ਕੋਲ ਜਾਂਦੀ ਹੈ। ਇੱਦਾਂ ਹੀ ਕਹਿੰਦੇ ਉਹਨੂੰ ਕਿ ਆਪਾਂ ਕਹਿ ਦਿੰਦੇ ਇੱਕ ਚੇਨ ਆ। ਇਹ ਨਹੀਂ ਹੈ ਕਿ ਸਿੱਧੀ ਪ੍ਰਿੰਸੀਪਲ ਸਰ ਕੋਲ ਜਾ ਕੇ ਅਤੇ ਕਿਹਦੇ ਕੋਲ ਚੱਲ ਜੂਗੀ, ਬੱਚਿਆਂ ਕੋਲ ਚੱਲ ਜੂਗੀ, ਇੱਦਾਂ ਨਹੀਂ ਹੋ ਸਕਦਾ। ਪਹਿਲਾਂ ਪ੍ਰਿੰਸੀਪਲ ਸਰ ਕੋਲ ਇਨਫੋਰਮੇਸ਼ਨ ਆਊਗੀ, ਫਿਰ ਟੀਚਰਸ ਕੋਲ ਆਊਗੀ, ਫਿਰ ਬੱਚਿਆਂ ਕੋਲ ਆਊਗੀ। ਬਟ ਕਹਿੰਦੇ ਕਿ ਆਰਗਨਾਈਜੇਸ਼ਨ ਦੇ ਵਿੱਚ ਫਿਓਲ ਕਹਿੰਦਾ ਵਾ ਕਿ ਤੁਹਾਨੂੰ ਚੇਨ ਯੂਜ਼ ਕਰਨੀ ਚਾਹੀਦੀ ਹੈ, ਕਿ ਹਰ ਇੱਕ ਇਨਫੋਰਮੇਸ਼ਨ ਚੇਨ ਵਾਈਜ਼ ਸੈਂਡ ਹੋਣੀ ਚਾਹੀਦੀ ਹੈ, ਠੀਕ ਹੈ। ਅਕੋਰਡਿੰਗ ਟੂ ਹਿਮ ਐਨ ਆਰਗਨਾਈਜੇਸ਼ਨ ਮਸਟ ਵਰਕ ਔਨ ਦ ਬੇਸਿਸ ਆਫ ਸਕੇਲਰ ਚੇਨ ਫॉर ਯੂਨਿਟੀ ਔਰ ਕਮਾਂਡ ਐਂਡ ਐਫੀਸ਼ੀਐਂਸੀ ਆਫ ਦ ਕਮਿਊਨੀਕੇਸ਼ਨ। ਕਹਿੰਦੇ ਕਿ ਸਿੱਧੀ ਜੀ ਗੱਲ ਆ ਕਿ ਜੇ ਆਰਗਨਾਈਜੇਸ਼ਨ ਨੇ ਐਫੀਸ਼ੀਐਂਸੀ ਅਚੀਵ ਕਰਨੀ ਹੈ ਅਤੇ ਇਫੈਕਟਿਵਨੈਸ ਅਚੀਵ ਕਰਨੀ ਹੈ, ਅਤੇ ਓਬਵੀਅਸਲੀ ਉਹਨਾਂ ਨੂੰ ਯੂਨਿਟੀ ਆਫ
ਪ੍ਰਿੰਸੀਪਲ ਆਫ ਸਕੇਲਰ ਚੇਨ मतलब कि ਇਹ ਆ ਕਿ ਚੇਨ ਦੇ ਵਾਈਜ਼ ਹੀ ਹਰ ਇੱਕ ਨੂੰ ਇਨਫੋਰਮੇਸ਼ਨ ਜਾਣੀ ਚਾਹੀਦੀ ਆ ਬਟ ਕਹਿੰਦੇ ਆ ਕਿ ਦੇਖੋ ਸਪੋਜ਼ ਦੇਅਰ ਆਰ 2 ਚੇਨਸ ਆਫ ਇੰਪਲੋਇਜ਼ ਵਰਕਿੰਗ ਇਨ ਐਨ ਆਰਗੇਨਾਈਜੇਸ਼ਨ ਐਟ ਡਿਫਰੈਂਟ ਲੈਵਲਸ ਅੰਡਰ ਏ ਹੈਡ ਏ ਕਹਿੰਦਾ ਕਿ ਹੈਡ ਏ ਦੇ ਅੰਡਰ ਬੀ ਵੀ ਕਰਦਾ ਸੀ ਵੀ ਡੀ ਵੀ ਈ ਪਹਿਲਾਂ ਏ ਨੂੰ ਦਊਗਾ ਇਨਫੋਰਮੇਸ਼ਨ ਬੀ ਕਹੂਗੀ ਬੀ ਤੋਂ ਬਾਅਦ ਸੀ ਤੋਂ ਬਾਅਦ ਡੀ ਤੋਂ ਫਿਰ ਈ ਤੋਂ ਫਿਰ ਐਫ ਤੋਂ ਫਿਰ ਏ ਹੀ ਮੇਨ ਆ ਏ ਨੇ ਕਿਹਨੂੰ ਇਨਫੋਰਮੇਸ਼ਨ ਦਿੱਤੀ ਜੀ ਨੂੰ ਦਿੱਤੀ ਐਚ ਨੂੰ ਦਿੱਤੀ ਆਈ ਨੂੰ ਦਿੱਤੀ ਜੇ ਨੂੰ ਕੇ ਨੂੰ ਦੈਟ ਮੀਨਸ ਉਹਦੇ ਅੰਡਰ 2 ਠੀਕ ਆ ਉਹ ਇੱਕ ਹੈਡ ਆ ਉਹਦੇ ਅੰਡਰ ਕਿੰਨੇ 2 ਡਿਪਾਰਟਮੈਂਟਸ ਆ ਠੀਕ ਆ ਉਹਨੇ ਏ ਨੇ ਬੀ ਨੂੰ ਵੀ ਦਿੱਤੀ ਜੀ ਨੂੰ ਵੀ ਦਿੱਤੀ ਬੀ ਨੇ ਕਿਹਨੂੰ ਦਿੱਤੀ ਸੀ ਨੂੰ ਕਿਹਨੂੰ ਦਿੱਤੀ ਡੀ ਨੂੰ ਕਿਹਨੂੰ ਦਿੱਤੀ ਈ ਨੇ ਕਿਹਨੂੰ ਦਿੱਤੀ ਐਫ ਨੂੰ ਫਿਰ ਏ ਨੇ ਕਿਹਨੂੰ ਇਨਫੋਰਮੇਸ਼ਨ ਦਿੱਤੀ ਜੀ ਨੇ ਕਿਹਨੂੰ ਦਿੱਤੀ ਇਨਫੋਰਮੇਸ਼ਨ ਐਚ ਨੇ ਆਈ ਨੇ ਜੇ ਨੂੰ ਤੇ ਜੇ ਨੇ ਕਿਹਨੂੰ ਕੇ ਨੂੰ ਠੀਕ ਹੈ ਕਹਿੰਦੇ ਕਿ ਇਹਨੂੰ ਆਪਾਂ ਕੀ ਕਹਿ ਦਿੰਦੇ ਆ ਸਕੇਲਰ ਚੇਨ ਹੁਣ ਬੱਚੇ ਇਹਦੇ ਵਿੱਚ 1 ਮਾਰਕਸ ਦੇ ਵਿੱਚ ਕੁਐਸਚਨ ਆ ਜਾਂਦਾ ਦੇਖੋ ਕਿ ਗੈਂਗ ਪਲਾਨ ਕੀ ਹੁੰਦਾ ਗੈਂਗ ਪਲਾਨ ਦਾ ਮਤਲਬ ਹੁੰਦਾ ਵਾ ਕਿ ਜਦੋਂ ਤੁਸੀਂ ਜਦੋਂ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਹੋਏ ਕਿ ਤੁਹਾਨੂੰ ਐਂ ਲੱਗਦਾ ਵਾ ਕਿ ਜਦੋਂ ਮੈਂ ਸਾਰਿਆਂ ਨੂੰ ਦੱਸਣਾ ਸ਼ੁਰੂ ਕਰਤਾ ਤੇ ਟਾਈਮ ਬਹੁਤ ਲੱਗ ਜਾਣਾ ਵਾ ਤੇ ਤੁਹਾਨੂੰ ਅਰਜੈਂਟਲੀ ਕਿਸੇ ਨੂੰ ਇਨਫੋਰਮੇਸ਼ਨ ਦੇਣੀ ਹੈ ਤਾਂ ਤੁਸੀਂ ਕੀ ਕਰਦੇ ਹੋ ਡਾਇਰੈਕਟ ਵੀ ਕਿਸੇ ਨਾਲ ਕੰਟੈਕਟ ਕਰ ਸਕਦੇ ਹੋ ਡਾਇਰੈਕਟ ਮਤਲਬ ਤੁਸੀਂ ਪ੍ਰਿੰਸੀਪਲ ਸਰ ਕੋ ਨਹੀਂ ਗਏ ਪ੍ਰਿੰਸੀਪਲ ਸਰ ਨੇ ਟੀਚਰਸ ਨੂੰ ਨਹੀਂ ਦੱਸਿਆ ਸਿੱਧਾ ਕਿਹਨੂੰ ਦੱਸਤਾ ਬੱਚਿਆਂ ਨੂੰ ਦੱਸਤਾ ਉਹ ਕੀ ਹੋਗੀ ਗੈਂਗ ਪਲਾਨ ਉਹਨੂੰ ਆਪਾਂ ਕੀ ਕਹਿੰਦੇ ਜਦੋਂ ਸਕੇਲਰ ਚੇਨ ਨਹੀਂ ਫੋਲੋ ਕੀਤੀ ਆਪਾਂ ਡਾਇਰੈਕਟ ਹੀ ਕਿਸੇ ਨਾਲ ਗੱਲ ਕਰਨੀ ਸ਼ੁਰੂ ਕਰਤੀ ਉਹਨੂੰ ਆਪਾਂ ਕੀ ਕਹਿੰਦੇ ਹਾਂ ਗੈਂਗ ਪਲਾਨ ਪਰ ਉਹ ਕਦੋਂ ਯੂਜ਼ ਹੁੰਦੀ ਆ ਜਦੋਂ ਸਾਨੂੰ ਕੋਈ ਅਰਜੈਂਟ ਇਨਫੋਰਮੇਸ਼ਨ ਕਿਸੇ ਨੂੰ ਦੇਣੀ ਹੁੰਦੀ ਹੈ ਠੀਕ ਹੈ ਜੀ ਬਟ ਇਨ ਆਰਡਰ ਟੂ ਫੁਲਫਿਲ ਦਾ ਨੀਡ ਫॉर ਕੁਇਕ ਕਮਿਊਨੀਕੇਸ਼ਨ ਹੁਣ ਦੇਖੋ ਇੱਥੇ ਗੈਂਗ ਪਲਾਨ ਦਾ ਮੀਨਿੰਗ ਕੀ ਹੈ ਕਹਿੰਦਾ ਕਿ ਜਦੋਂ ਕੀ ਕਰਦੇ ਹਾਂ ਆਪਾਂ ਕਿ ਕੁਇਕ ਕਮਿਊਨੀਕੇਸ਼ਨ ਕਿਸੇ ਨੂੰ ਦੇਣੀ ਹੁੰਦੀ ਐਮਰਜੈਂਸੀ ਦੇ ਵਿੱਚ ਫਿਓਲ ਹੈਜ਼ ਡਿਵੈਲਪਡ ਐਨ ਅਲਟਰਨੇਟਿਵ ਮੈਥਡ ਆਲਸੋ ਉਹ ਕੀ ਆ ਕਹਿੰਦਾ ਵਾ ਕਿ ਅਕੋਰਡਿੰਗ ਟੂ ਹਿਮ ਇਨ ਕੇਸ ਆਫ ਐਮਰਜੈਂਸੀ ਈ ਕੈਨ ਡਾਇਰੈਕਟਲੀ ਕਮਿਊਨੀਕੇਟ ਵਿਦ ਜੇ ਕਹਿੰਦਾ ਕਿ ਐਮਰਜੈਂਸੀ ਦੇ ਵੇਲੇ ਈ ਕਿਹਨੂੰ ਕਨੈਕਟ ਕਰ ਸਕਦਾ ਜੇ ਨੂੰ ਡਾਇਰੈਕਟਲੀ ਕੰਟੈਕਟ ਕਰ ਸਕਦਾ ਵਾ ਤਾਂ ਜੋ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕੇ ਜੇ ਨੂੰ ਹੀ ਹੈਜ਼ ਗਿਵਨ ਦ ਨੇਮ ਆਫ ਗੈਂਗ ਪਲਾਨ ਉਹਨੂੰ ਆਪਾਂ ਕੀ ਕਹਿ ਦਿੱਤਾ ਗੈਂਗ ਪਲਾਨ ਠੀਕ ਆ ਬੱਚੇ 1 ਮਾਰਕਸ ਕੁਐਸਚਨ ਆ ਗਿਆ ਤੁਸੀਂ ਕਹੋਗੇ ਕਿ ਇਨ ਕੇਸ ਆਫ ਐਮਰਜੈਂਸੀ ਜਦੋਂ ਆਪਾਂ ਡਾਇਰੈਕਟ ਕਮਿਊਨੀਕੇਸ਼ਨ ਕਰਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਗੈਂਗ ਪਲਾਨ ਤੇ ਨਾਲ ਤੁਸੀਂ ਆ ਕੀ ਕਰ ਦੋਗੇ ਡਾਇਗਰਾਮ ਨੂੰ ਕੀ ਕਰ ਦੋਗੇ ਬਣਾ ਦੋਗੇ ਠੀਕ ਹੈ ਬੱਚੇ ਠੀਕ ਹੈ ਗੈਂਗ ਪਲਾਨ ਰਿਜ਼ਲਟਸ ਇਨ ਕੁਇਕ ਐਂਡ ਡਾਇਰੈਕਟ ਕਮਿਊਨੀਕੇਸ਼ਨ ਐਂਡ ਇਟ ਪ੍ਰੂਵਸ ਹਾਈਲੀ ਯੂਜ਼ਫੁਲ ਇਨ ਕੇਸ ਆਫ ਐਮਰਜੈਂਸੀ ਕਹਿੰਦੇ ਗੈਂਗ ਪਲਾਨ ਐਮਰਜੈਂਸੀ ਦੇ ਵੇਲੇ ਬਹੁਤ ਹੀ ਜ਼ਿਆਦਾ ਸਕਸੈਸਫੁਲ ਹੁੰਦਾ ਦੈਟਸ ਆਲ ਫॉर ਟੁਡੇ ਬੱਚੇ